ਅੱਜ ਦਾ ਜੋ ਵਿਸ਼ਾ ਹੈ ਉਹ ਸਾਡੇ ਸਾਰਿਆਂ ਦੇ ਆਤਮਿਕ ਜੀਵਨ ਨਾਲ ਜੁੜਿਆ ਹੈ। ਇਸ ਦੁਨੀਆ ਦੀ ਗੱਲ ਨਹੀਂ, ਉਸ ਜਹਾਨ ਦੀ ਗੱਲ ਹੈ ਜਿੱਥੇ ਉਹ ਵਾਹਿਗੁਰੂ ਰਹਿੰਦਾ। ਆਪਣੇ ਆਪਣੇ ਘਰ ਸਾਰਿਆਂ ਨੂੰ ਜਾ ਕੇ ਬੜਾ ਸਕੂਨ ਮਿਲਦਾ। ਕੁਝ ਚੀਜ਼ਾਂ ਪ੍ਰਚਲਨ ਵਿੱਚ ਹੁੰਦੀਆਂ ਨੇ। ਇੱਕ ਕਹਾਵਤ ਜਿਵੇਂ ਆਪ ਜੀ ਨੇ ਸੁਣੀ ਹੋਵੇਗੀ, ਰੋਟੀ ਆਪਣੇ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਉਹਦੇ ਵਿੱਚ ਪ੍ਰਚਲਨ ਹੈ ਕਿ ਸਿੱਖਾਂ ਲਈ ਦੀਵਾਲੀ ਜੋ ਅੰਮ੍ਰਿਤਸਰ ਵਿੱਚ ਮਨਾਈ ਜਾਂਦੀ ਹੈ ਕਿਤੇ ਹੋਰ ਨਹੀਂ, ਤੇ ਜੋ ਰੋਟੀ ਆਪਣੇ ਘਰ ਖਾਈ ਜਾਂਦੀ ਹੈ ਉਹ ਕਿਤੇ ਹੋਰ ਨਹੀਂ। ਬਾਹਰ ਭਾਵੇਂ ਬੰਦਾ 7 ਸਟਾਰ ਹੋਟਲ ਵਿੱਚ ਰਹਿ ਲਏ, ਲੇਕਿਨ ਉਹਨੂੰ ਸਕੂਨ ਘਰ ਆ ਕੇ ਹੀ ਮਿਲਦਾ ਹੈ। ਇੱਕ ਦੋ ਦਿਨ ਦੇ ਲਈ ਜ਼ਰੂਰ ਉਹਨੂੰ ਪ੍ਰਤੀਤ ਹੁੰਦਾ ਵੀ ਬਹੁਤ ਵਧੀਆ, ਪਰ ਜੋ ਵੀ ਸਭ ਕੁਝ ਵਿਖਾਵੇ ਦਾ ਉਹ ਬੰਦੇ ਨੂੰ ਬਹੁਤੇ ਚਿਰ ਪਰਚਾ ਨਹੀਂ ਸਕਦਾ। ਇਸੇ ਤਰ੍ਹਾਂ ਗੁਰੂ ਸਵਾਰਿਓ ਅੱਜ ਦੀ ਜੋ ਵਿਚਾਰ ਹੈ ਉਹ ਹੈ ਨਿਜ ਘਰ ਦੀ, ਆਪਣੇ ਘਰ ਦੀ। ਬਚਨ ਕਬੀਰ ਸਾਹਿਬ ਨੇ ਜੋ ਲਿਖੇ ਨੇ, ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਮਰਦੀ ਤੇ ਸਾਰੀ ਦੁਨੀਆ, ਔਰ ਸਾਰੀ ਦੁਨੀਆ ਦੇ ਮਰਨ ਪਿੱਛੋਂ ਉਹਨਾਂ ਦੇ ਚਾਹਣ ਵਾਲੇ, ਉਹਨਾਂ ਨੂੰ ਪਿਆਰ ਕਰਨ ਵਾਲੇ, ਉਹਨਾਂ ਨਾਲ ਜੀਵਨ ਬਿਤਾਉਣ ਵਾਲੇ ਉਹਨਾਂ ਨੂੰ ਰੋਂਦੇ ਨੇ। ਪਰ ਕਬੀਰ ਸਾਹਿਬ ਕਹਿ ਰਹੇ ਨੇ, ਦੁਨੀਆ ਦੇ ਲੋਕੋ, ਸੰਤ ਵਾਸਤੇ, ਭਗਤ ਵਾਸਤੇ, ਨਾਮ ਜਪਣ ਵਾਲੇ ਵਾਸਤੇ ਨਹੀਂ ਰੋਣਾ ਚਾਹੀਦਾ। ਰੋਣਾ ਉਹਦੇ ਲਈ ਚਾਹੀਦਾ ਹੈ ਜੋ ਮੁਕਤ ਨਹੀਂ ਹੋਇਆ, ਜਿਹਨੂੰ ਮੋਕਸ਼ ਨਹੀਂ ਮਿਲਿਆ, ਜੋ 84 ਦੇ ਗੇੜ ਵਿੱਚ ਆ ਗਿਆ, ਜਿਹੜਾ ਨਿਜ ਘਰ ਪਹੁੰਚ ਗਿਆ, ਉਹਦੇ ਲਈ ਰੋਣਾ ਨਹੀਂ ਬਣਦਾ। ਆਪਣੇ ਘਰ ਆ ਕੇ ਤੇ ਖੁਸ਼ੀ ਹੁੰਦੀ ਹੈ, ਆਪਣੇ ਘਰ ਆ ਕੇ ਬੇਫਿਕਰੀ ਹੁੰਦੀ ਹੈ, ਆਪਣੇ ਘਰ ਆ ਕੇ ਸਕੂਨ ਮਿਲਦਾ ਹੈ, ਆਪਣੇ ਘਰ ਆ ਕੇ ਸਹਿਜ ਅਵਸਥਾ ਮਿਲਦੀ ਹੈ। ਉੱਥੇ ਤੇ ਰੋਣ ਵਾਲੀ ਕੋਈ ਗੱਲ ਹੀ ਨਹੀਂ ਹੈ। ਪਰ ਗੱਲ ਇਹ ਹੈ ਕਿ ਇਸ ਚੀਜ਼ ਨੂੰ ਉਹ ਸਮਝੇਗਾ ਜਿਹਨੇ ਨਿਜ ਘਰ ਤੱਕ ਪਹੁੰਚ ਕੀਤੀ ਹੈ। ਹਾਲਾਂਕਿ ਗੁਰੂ ਮਹਾਰਾਜ ਨੇ ਸਾਨੂੰ ਨਿਤਨੇਮ ਐਸਾ ਦਿੱਤਾ ਜਿਸ ਵਿੱਚ ਰੋਜ਼ਾਨਾ ਨਿਜ ਘਰ ਦੀ ਗੱਲ ਯਾਦ ਕਰਾਈ ਜਾਂਦੀ ਹੈ। ਜਿਹੜੇ ਸੌਣ ਵੇਲੇ ਸੋਹਲਾ ਸਾਹਿਬ ਪੜ੍ਹ ਕੇ ਸੌਂਦੇ ਨੇ ਉਹਨਾਂ ਨੂੰ ਇਹ ਬਚਨ ਚੇਤੇ ਹੋਣਗੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹਰ ਨਾ ਹੋਏਗੋ ਫੇਰਾ। ਹੁਣ ਇਹ ਨਿਜ ਘਰ ਸਮਝੀਏ, ਕਾਗਜ਼ ਦੇ ਟੁਕੜੇ ਉੱਤੇ, ਜਿਹਨੂੰ ਸਟੈਂਪ ਪੇਪਰ ਆਪਾਂ ਕਹਿੰਦੇ ਆ, ਉਹਦੇ ਉੱਤੇ ਕੁਝ ਜ਼ਮੀਨ ਦਾ ਟੁਕੜਾ ਸਾਡੇ ਨਾਮ ਲਿਖ ਦਿੱਤਾ ਕਿਸੇ ਨੇ। ਅਸੀਂ ਸੋਚਦੇ ਹਾਂ ਉਹ ਸਾਡਾ ਆਪਣਾ ਘਰ ਹੈ, ਪਰ ਜਿਸ ਵੇਲੇ ਅਸੀਂ ਉਹ ਕਾਗਜ਼ ਭਰਦੇ ਹਾਂ ਜਿਹਨੂੰ ਅਸੀਂ ਹਾਊਸ ਟੈਕਸ ਕਹਿੰਦੇ ਹਾਂ, ਉਹ ਜ਼ਾਹਿਰ ਕਰਦਾ ਹੈ ਸਾਡਾ ਨਹੀਂ ਹੈ। ਇੱਕ ਤੇ ਉਹ ਕਾਗਜ਼ ਦਾ ਟੁਕੜਾ ਇਸ ਗੱਲ ਦਾ ਪ੍ਰਮਾਣ ਹੈ ਘਰ ਸਾਡਾ ਹੈ, ਫਿਰ ਅਸੀਂ ਟੈਕਸ ਕਿਉਂ ਦਿੰਦੇ ਹਾਂ? ਪਰ ਦੇਣਾ ਪੈਂਦਾ, ਕਿਉਂਕਿ ਸਰਕਾਰ ਕਹਿੰਦੀ ਹੈ ਵੀ ਘਰ ਤੁਹਾਡਾ ਹੈ, ਪਰ ਜਿਸ ਜਗ੍ਹਾ ਬਣਾਇਆ ਉਹ ਇਲਾਕਾ ਸਾਡਾ ਹੈ। ਦੂਸਰਾ ਇੱਕ ਹੋਰ ਕਾਗਜ਼ ਦਾ ਟੁਕੜਾ ਹੁੰਦਾ, ਉਸੇ ਵਿੱਚ ਹੀ ਇੱਕ ਕਾਲਮ ਭਰਨਾ ਪੈਂਦਾ, ਨੋਮਿਨੀ। ਉਹਦੇ ਵਿੱਚ ਇੱਕ ਸਿੱਧਾ ਪ੍ਰਤੀਤ ਇਹ ਹੁੰਦਾ ਹੈ ਕਿ ਜੇ ਮੈਂ ਮਰ ਜਾਵਾਂ ਤੇ ਮੇਰੇ ਤੋਂ ਬਾਅਦ ਇਹ ਜਗ੍ਹਾ ਕਿਹਨੂੰ ਮਿਲਣੀ ਚਾਹੀਦੀ ਹੈ। ਉਹ ਇਸ ਗੱਲ ਦਾ ਪ੍ਰਮਾਣ ਹੈ ਵੀ ਇਹ ਘਰ ਸਾਡਾ ਹੈ ਨਹੀਂ, ਸਾਡੇ ਨਾਮ ਲਿਖਿਆ ਹਾਊਸ ਟੈਕਸ ਵਾਲਾ ਕਾਗਜ਼ ਇਸ ਗੱਲ ਦਾ ਸਬੂਤ ਹੈ ਘਰ ਸਾਡਾ ਨਹੀਂ। ਨੋਮਨੀ ਦਾ ਕਾਲਮ ਇਸ ਗੱਲ ਦਾ ਸਬੂਤ ਹੈ ਕਿ ਇਹ ਘਰ ਸਾਡਾ ਨਹੀਂ। ਦੁਨੀਆ ਨੂੰ ਕਹਿ ਸਕਦੇ ਹਾਂ ਜੀ ਅਸੀਂ ਆਪਣੇ ਘਰ ਵਿੱਚ ਰਹਿੰਦੇ ਹਾਂ, ਹੋਰ ਕਈ ਪ੍ਰਕਾਰ ਦੇ ਜਿਹੜੇ ਕਾਰਨ ਨੇ ਉਹਦੇ 'ਚ ਲਿਖੇ ਨੇ। ਇਸ ਲਈ ਸਾਹਿਬ ਕਹਿੰਦੇ ਨੇ, ਨਿਜ ਘਰ ਤੇ ਉਹ ਹੈ ਜਿੱਥੇ ਕੋਈ ਜਗਾਤੀ ਨਾ ਹੋਵੇ, ਜਿੱਥੇ ਕੋਈ ਕਰ ਨਾ ਵਸੂਲੇ, ਜਿੱਥੇ ਕੋਈ ਰਹਿਣ ਤੋਂ ਇਨਕਾਰ ਨਾ ਕਰੇ, 100 ਤਰ੍ਹਾਂ ਦੇ ਕੋਈ ਸਵਾਲ ਨਾ ਕਰੇ, ਉਹ ਨਿਜ ਘਰ ਕਿਹਾ ਜਾਏਗਾ। ਤੇ ਮਹਾਰਾਜ ਕਹਿੰਦੇ ਨੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਵੀ ਜੇ ਨਿਜ ਘਰ ਵਿੱਚ ਚਲਾ ਗਿਆ ਫਿਰ ਤੇ ਬਾਰ-ਬਾਰ ਤੇਰਾ ਜੋ ਜਨਮ ਮਰਨ ਹੈ ਉਹ ਨਹੀਂ ਹੋਣਾ। ਪਰ ਹੁਣ ਇਸ ਨਿਜ ਘਰ ਵਾਸਤੇ ਜਿਨ੍ਹਾਂ ਨੇ ਜਾਣਨ ਦਾ ਯਤਨ ਕੀਤਾ ਉਹਨਾਂ ਨੂੰ ਅੰਤਰਮੁਖੀ ਹੋਣਾ ਪੈਂਦਾ। ਨਿਜ ਘਰ ਤੇ ਨਿਜ ਆਤਮਾ ਤੱਕ ਕੋਈ ਜਾਏਗਾ। ਤਨ ਮਨ ਬਾਰੇ ਅਸੀਂ ਸਾਰੇ ਸਮਝਦੇ ਹਾਂ, ਮਨ ਮਨੋਰੰਜਨ ਦੇ ਸਾਧਨ ਜਿਤਨੇ ਵੀ ਬਣਾਏ ਅਸੀਂ ਸਾਰਿਆਂ ਨੇ, ਤਨ ਵਾਸਤੇ ਭੋਜਨ ਦੇ ਜਿਤਨੇ ਪ੍ਰਕਾਰ ਤਿਆਰ ਕਰ ਲਏ ਉਹ ਸਭ ਤਨ ਵਾਸਤੇ। ਹੁਣ ਆਤਮਾ ਲਈ ਕੋਈ ਅੰਤਰਮੁਖੀ ਹੋਇਆ ਹੋਵੇ ਤੇ ਫਿਰ ਇਸ ਨੂੰ ਜਾਣਿਆ ਜਾ ਸਕਦਾ ਹੈ। ਜਿਵੇਂ ਆਨੰਦ ਸਾਹਿਬ ਵਿੱਚ ਮਹਾਰਾਜ ਨੇ ਕਿਹਾ,
हर जियो गुफा अंदर रख के। वाजा पवन वजाया, रब ने अंदर जियो टिका दिता ते वो गुफा विच वाजा वज पिया। हुण ये गुफा की है, ये बारे थोड़ा जिहा विचारीए ताकि निज घर दी कुछ विचार सतगुर पातशाह जी ने जो सानू बख्शी है उसनू समझण दा यतन करिए। माझ राग विच धन गुरु अमरदास जी महाराज ने बचन लिखिया, कहंदे इस गुफा में अखुट भंडारा। जिस गुफा विच रब ने आत्मा टिकाई है, इहदे विच अखुट भंडारा है। थोड़ी थोड़ी अपनी विरती हुण उस पासे लैके जाओ, ना तन बारे सोचो ना मन बारे, जिहदे करके प्राण चल रहे ने उहनूं समझिए। इंज भी कह सकते हैं, वेखो आत्मा ना मैं वेखी है ना किसी होर ने वेखी, जिन्हें वेखी उन्हें बयान नहीं की, पर प्रचारक होने के नाते मैं कह सकना कि थोड़ा जिहा उस पासे ध्यान रख सकते हैं भी प्रभ जी तू मेरे प्राण आधारे, अंदर जिंद जान जिहदे करके चल रही वो आत्मा है। ते उसे दे नज़दीकता विच रब ने इहदे च अखुट भंडारा पाया होया। ते महाराज कहंदे ने इस गुफा में अखुट भंडारा तिस विच वसै हर अलख अपारा। कहंदे उहदे च हरि जो है ते अलख पर वसिया होया, उहदे करके ही है ये शरीर तुरदा फिरदा है, उहदे करके। हाँ अवस्था यह है कि आपे गुप्त प्रगट है, आपे गुर शब्दी आप वंजा बनिया। हुण उहदे तक जाना किवें है? गुरु का शब्द सानू लैके जाएगा। जिवें वंजसी लफज आया है, वंजना ये ठेठ पंजाबी का, मुल्तानी जो पंजाबी है उस पासे दी, उत्थों ये लफज वरतिया महाराज ने भी जाना। किवें जाना है? गुरु दे शब्द पिछे चल के जा सकते हैं। शब्द जिधर नूं कहे उस पासे अगर साडा मन तुर पए ते आत्मा तक साडी पहुँच हो जाएगी। इसलिए गुरु महाराज कहन लगे, कहते हों वारी जियो वारी, अमृत नाम मन वसावणिया। अमृत नाम महारस मीठा, गुरमति अमृत पिया बनिया। गुरु की मत द्वारा, साडी मत अनुसार नहीं। आत्मा तक जाने का जो रस्ता है शुरू तो उत्थों ही हो जाता जब आप गुरु घर विच एंटर करते हैं। और वो किस लिए? क्योंकि हर जगह जाने का एक प्रभाव है। तुसीं वेखो घर विच बच्चा किसी होर तरीके नाल रहिंदा, स्कूल एंटर करदिआं सारों नूं डिसिपलिन चेते आ जाता है। घर विच कोई फौजी जिवें मर्जी रहिंदा होवे, लेकिन जद वो अपनी छावनी विच पहुंचदा है तो उस वेले वो भी डिसिपलिन विच उहदी चाल बदल जाती है, उहदा बोलना उहदा तुरना सब कुछ एक टाइम दे नाल सैट हो जाता है। इसे तरह जब गुरु घर विच बंदा आवे ना तो उसका जो ख्याल है उन्होंने फोन भी भुल जाए, कामकार भुल जान, केवल गुरु ते गुरबाणी चेते रह जाए तो समझो फिर वो आत्मा की यात्रा शुरू हो गई है। उतों उस अवस्था विच नज़दीक हो सकांगे। कुछ चीज़ां हन जिहड़ियां सानू परमात्मा दे नाल जुड़न नहीं देंदियां। उहदे च एक तरीका दस्सिया अंदर दी यात्रा शुरू किवें करनी। महाराज कहंदे ने हौं मैं मार बजर कपाट खुलाया। हंकार एक बड़ा तगड़ा करड़ा दरवाजा है जो खुलदा नहीं है। साहब कहंदे ने हौं मैनू मार दे, आत्मा तक जाण दा दरवाजा खुल जाएगा। अजे दरवाजा खुलिया, गए नहीं है। गए होइए फिर ते प्रतीत हो जाएगा ना, फिर ते मिलाप हो गया। पर साहब कहते ने हंकार नू मार, पहलों वो दरवाजा खुल जाए। तो जदों खुल जाए नाम अमोलक गुर प्रसादी पाया, वो अमोलक नाम मिलेगा, वो नाम जपया जाए। फिर बिन शब्द नाम ना पाए कोई, गुर कृपा मन वसावणिया। कोई सोचे कि नाम किसे पासों भी मिल जाएगा, महाराज कहते ने शब्द तो बिना ते नाम नहीं मिलना, बाणी तो बिना ते नाम की प्राप्ति नहीं है। तो उसकी प्राप्ति वास्ते सानू केवल उसे नाल जुड़ना पएगा जिसने ये अंतरात्मा साडे विच टिकाई है। दिखेगी हुण दरवाजा भी खुल गया, अंतर्मुखी भी हो गए। हुण गए आ सामने, कई बार अखां दे सामने कुछ धुंधलापन आ जाता है, बहुत तगड़ी चमक होवे ते नहीं दिखाई पैंदा। मैनूं किस्सा याद है, आप जी नाल साझा भी कीता है। हज़रत मूसा जी प्रॉफिट मोजेस, उन्होंने खुदा नूं कहा मैं तैनूं वेखना, ने तेरे को नूर बर्दाश्त नहीं होना, मैं किसी नूं इंज दर्शन दीदारे नहीं देंदा। वो जिद पै गए तो मोजेस का वो आखिरी दिन से जिस दिन उन्होंने फिर वेख्या देखा तो
ਉਸੇ ਵਿੱਚ ਫਨਾ ਹੋ ਗਏ। ਇਸ ਲਈ ਕੁਰਾਨ ਦਾ ਇਹ ਸਿਸਟਮ ਬਣ ਗਿਆ, ਨਿਯਮ ਬਣਾ ਦਿੱਤਾ ਉਹਨਾਂ ਨੇ ਵੀ ਖੁਦਾ ਦੇ ਦਰਸ਼ਨ ਨਹੀਂ ਹੋਣਗੇ, ਦਰਸ਼ਨ ਹੋਏ ਤੇ ਫਨਾ ਹੋ ਜਾਵਾਂਗੇ, ਫਨਾ ਹੋਣਾ ਨਹੀਂ ਚਾਹੁੰਦੇ। ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਹੁਣ ਨੂਰ ਤੇ ਉਹਦਾ ਵਾਕਈ ਬਹੁਤ ਤਗੜਾ ਹੈ। ਇਹ ਬਾਣੀ ਵੀ ਕਹਿੰਦੀ ਹੈ ਏਕ ਨੂਰ ਤੇ ਸਭ ਜਗ ਉਪਜਿਆ, ਤੇ ਇਹ ਕੁਰਾਨ ਵਿੱਚ ਵੀ ਲਿਖਿਆ ਕੁਨ ਵਾਉਲਾ ਹੈ ਆਉਦੂ, ਕੁਨ ਕਹਿ ਕੇ ਉਹਨੇ ਦੁਨੀਆ ਬਣਾਈ, ਇੱਕ ਨੂਰ ਤੋਂ ਸਭ ਕੁਝ ਪੈਦਾ ਕੀਤਾ। ਤੇ ਜੇ ਉਸ ਇੱਕ ਨੂਰ ਤੋਂ ਸਭ ਕੁਝ ਪੈਦਾ ਹੋਏ, ਉਹ ਨੂਰ ਬਰਦਾਸ਼ਤ ਕਰਨਾ ਸੌਖਾ ਥੋੜ੍ਹੀ ਹੀ ਹੈ। ਜਿਵੇਂ ਕੋਈ ਵੀ ਹੋਵੇ ਕਿ ਜਿਵੇਂ ਅੱਜ ਕੱਲ੍ਹ ਦੀਆਂ ਲਾਈਟਾਂ ਆ ਗਈਆਂ ਨੇ, ਹੈ ਤੇ ਇਹ ਪਾਵਰ ਤੇ ਘੱਟ ਲੈਂਦੀਆਂ ਨੇ, ਪਰ ਅੱਖਾਂ ਸਾਹਮਣੇ ਧੁੰਦਲਾਪਨ ਲਿਆ ਦਿੰਦੀਆਂ ਨੇ। ਗੁਰੂ ਸਵਾਰਿਓ, ਆਤਮਾ ਤੇ ਉਹ ਨੂਰ ਹੈ ਜੋ ਸਾਰੇ ਜਗਤ ਨੂੰ ਨੂਰ ਦੇ ਰਿਹਾ। ਇਹ ਇੱਕਦਮ ਸਾਹਮਣੇ ਆ ਜਾਏਗਾ ਤੇ ਫਿਰ ਦਿਖੇਗਾ ਤੇ ਹੈ ਨਹੀਂ, ਬੜਾ ਆਸਾਨ ਨਹੀਂ ਹੈ ਕੋਈ ਉਸ ਨੂੰ ਬਰਦਾਸ਼ਤ ਕਰਨਾ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਅਗਰ ਕੋਈ ਬਹੁਤ ਚਮਕਦੀ ਚੀਜ਼ ਵੇਖਣੀ ਹੋਵੇ ਤੇ ਬੰਦਾ ਚਸ਼ਮਾ ਲਾਉਂਦਾ ਹੈ ਜਾਂ ਕੋਈ ਸੁਰਮਾ ਪਾ ਲੈਂਦਾ ਹੈ ਜਾਂ ਕੋਈ ਹੋਰ ਉਪਰਾਲਾ ਵਰਤਦਾ ਹੈ। ਸਾਹਿਬ ਕਹਿੰਦੇ ਨੇ ਤੂੰ ਵੀ ਕੋਸ਼ਿਸ਼ ਕਰ, ਗਿਆਨ ਅੰਜਨ ਸੱਚ ਨੇਤਰੀ ਪਾਇਆ। ਗਿਆਨ ਦਾ ਅੰਜਨ ਕਹਿੰਦੇ ਨੇ ਸੁਰਮਾ। ਵੈਸੇ ਤੇ ਇਹ ਗੱਲ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਪਰ ਅਸਲ ਵਿੱਚ ਉਸ ਬਾਣੀ ਵਿੱਚ ਇਹ ਬਚਨ ਆ ਜਾਂਦਾ ਜਿੱਥੋਂ ਬੰਦਾ ਸੋਚਦਾ ਬਸ ਸੁੱਖ ਹੀ ਚਾਹੀਦੇ ਨੇ, ਸੁੱਖਾਂ ਦੀ ਮਣੀ। ਨਹੀਂ ਤੇ ਉਸ ਸੁੱਖਾਂ ਦੀ ਮਣੀ ਵਿੱਚ ਵੀ ਆਤਮਾ ਦੀ ਗੱਲ ਹੈ, ਉੱਥੇ ਵੀ ਇਸ ਗਿਆਨ ਦੇ ਅੰਜਨ ਦਾ ਜ਼ਿਕਰ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹੁਣ ਇਹਨਾਂ ਅੱਖਾਂ ਵਿੱਚ ਗਿਆਨ ਦਾ ਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਉਹ ਅਗਰ ਪੈ ਜਾਏ ਤੇ ਫਿਰ ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਤੇ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਗਿਆਨ ਦਾ ਸੁਰਮਾ ਪੈਂਦਿਆਂ ਹੀ ਅਗਿਆਨਤਾ ਮਿਟਦੀ ਹੈ, ਅਗਿਆਨਤਾ ਖਤਮ ਹੁੰਦੀ ਹੈ। ਤੇ ਅਗਿਆਨਤਾ ਦੇ ਖਤਮ ਹੁੰਦਿਆਂ ਹੀ ਫਿਰ ਜੋਤੀ ਜੋਤ ਮਿਲੀ, ਮਨ ਮਾਨਿਆ ਹੁਣ ਉਹ ਜੋਤ ਮਿਲਦੀ ਹੈ। ਕਿਹੜੀ ਜੋਤ? ਜੋ ਅੱਜ ਦੀ ਵਿਚਾਰ ਦਾ ਵਿਸ਼ਾ, ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਫਿਰ ਉਹ ਆਪਣਾ ਘਰ ਪ੍ਰਤੀਤ ਹੁੰਦਾ। ਤੇ ਜਦੋਂ ਇਨਸਾਨ ਉਸ ਆਪਣੇ ਘਰ ਵਿੱਚ ਪਹੁੰਚਦਾ ਹੈ ਤੇ ਉਸ ਆਪਣੇ ਘਰ ਵਿੱਚ ਪਹੁੰਚ ਕੇ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਮੈਂ ਆਪਣੇ ਘਰ ਸੱਚਮੁੱਚ ਆ ਗਿਆ। ਸਹਿਜ ਆ ਜਾਂਦਾ ਹੈ, ਟਿਕ ਜਾਂਦਾ ਹੈ, ਭਟਕਦਾ ਨਹੀਂ ਹੈ, ਧਿਆਨ ਆਸੇ-ਪਾਸੇ ਨਹੀਂ ਹੁੰਦਾ, ਕਿਉਂਕਿ ਉੱਥੇ ਤੇ ਜੋ ਕੁਝ ਸੰਸਾਰ ਦੇ ਕਰਮ ਨੇ ਨਾ, ਇਹ ਸਾਰੇ ਨੇ ਤ੍ਰਿਵਿਧ ਕਰਮ। ਤ੍ਰਿਵਿਧ ਕਹਿ ਲਈਏ ਜਾਂ ਤਿੰਨ ਗੁਣਾਂ ਦੇ ਕਰਮ ਕਹਿ ਲਈਏ, ਜਿਨ੍ਹਾਂ ਨੂੰ ਬਾਣੀ 'ਚ ਮਹਾਰਾਜ ਨੇ ਲਿਖਿਆ, ਕਹਿੰਦੇ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹਨਾਂ ਵਿੱਚ ਜੋ ਵੀ ਕਰਮ ਹੋਏ, ਕੋਈ ਜੰਮ ਰਿਹਾ ਰਜੋ ਗੁਣ, ਕੋਈ ਪਰਵਰਿਸ਼ ਹੋ ਰਹੀ ਹੈ ਇਹ ਤਮੋ ਗੁਣ ਹੈ, ਤੇ ਕੋਈ ਮਰ ਰਿਹਾ ਇਹ ਸਤੋ ਗੁਣ ਹੈ। ਇਹਨੂੰ ਕਿਸੇ ਰੂਪ ਵਿੱਚ ਲੈ ਲਈਏ, ਭਾਵੇਂ ਫੁੱਲ ਪੈਦਾ ਹੋ ਰਿਹਾ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਵਿੱਚ ਇੱਕ ਦਿਨ ਵਿੱਚ ਹੀ ਉਹਦੇ ਲਈ ਤਿੰਨੋਂ ਗੁਣ ਵਾਪਰ ਜਾਂਦੇ ਨੇ। ਬੰਦੇ ਨੂੰ ਤਿੰਨਾਂ ਗੁਣਾਂ ਵਿੱਚ ਹੋਣ ਵਾਸਤੇ ਕਈ ਨੂੰ 100 ਸਾਲ ਲੱਗਦੇ ਨੇ, ਕਿਸੇ ਨੂੰ 60-70, ਕਿਸੇ ਨੂੰ 10-20। ਫੁੱਲ ਵਿਚਾਰਾ ਇੱਕ ਦਿਨ ਵਿੱਚ ਹੀ ਤਿੰਨੋਂ ਗੁਣ ਦੇਖ ਲੈਂਦਾ, ਉਸੇ ਦਿਨ ਪੈਦਾ ਹੁੰਦਾ, ਉਸੇ ਦਿਨ ਤੋੜਿਆ, ਉਸੇ ਦਿਨ ਉਹ ਖਤਮ ਵੀ ਹੋ ਗਿਆ। ਸੋ ਤਿੰਨੋਂ ਗੁਣ ਵਾਪਰ ਗਏ, ਸੰਸਾਰ ਇਹਨਾਂ ਤਿੰਨਾਂ ਗੁਣਾਂ ਵਿੱਚ ਚੱਲ ਰਿਹਾ। ਤੇ ਸਾਹਿਬ ਕਹਿੰਦੇ ਨੇ ਕਿ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ। ਬੰਦਾ ਤਿੰਨ ਗੁਣਾਂ ਵਿੱਚ ਹੈ, ਇਹਦੇ 'ਚ ਆਸਾਵਾਂ ਨੇ, ਅੰਦੇਸੇ ਨੇ, ਮੰਗਾਂ ਹਨ। ਤੇ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ। ਅੰਦਰ ਜੋ ਤ੍ਰਿਕੁਟੀ ਹੈ ਉਹ ਨਹੀਂ ਖਤਮ ਹੁੰਦੀ। ਇਹਦੇ ਬਾਰੇ ਇੱਕ ਬੇਨਤੀ ਕਰਾਂ, ਤ੍ਰਿਕੁਟੀ ਕਈਆਂ ਨੇ ਮੱਥੇ ਦੇ ਉਸ ਸੈਂਟਰ ਨੂੰ ਵੀ ਕਿਹਾ ਜਿੱਥੇ ਨੱਕ ਖਤਮ ਹੁੰਦੀ ਹੈ, ਅੱਖਾਂ ਖਤਮ ਹੁੰਦੀਆਂ ਨੇ, ਮੱਥਾ ਸ਼ੁਰੂ ਹੁੰਦਾ, ਉਹ ਤ੍ਰਿਕੁਟੀ ਹੈ। ਕਈਆਂ ਦੇ ਨਿਸ਼ਾਨ ਵੀ ਬਣ ਜਾਂਦਾ ਉਸ ਪ੍ਰਕਾਰ ਦਾ, ਲੇਕਿਨ ਉਹ ਨਿਸ਼ਾਨ ਨੂੰ ਤ੍ਰਿਕੁਟੀ ਨਾ ਮੰਨਿਓ। ਦਰਅਸਲ ਸਥਾਨ ਨਹੀਂ ਆਪਾਂ ਕਹਿ ਸਕਦੇ ਤ੍ਰਿਕੁਟੀ ਨੂੰ, ਇਹਦਾ ਜ਼ਿਕਰ ਹੋਰ ਵੀ ਹੈ ਬਾਣੀ 'ਚ। ਮੱਥ ਹੈ ਤ੍ਰਿਕੁਟੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜਿਹਬਾ ਕੀ ਫੂੜ, ਇਹ ਮਾਇਆ ਵਾਸਤੇ ਫਰਮਾਇਆ। ਤ੍ਰਿਕੁਟੀ ਕੀ ਹੋਈ? ਅੱਖਾਂ ਔਰ ਨੱਕ, ਇਹਨਾਂ ਦੋਨਾਂ ਦੇ ਵਿਚਕਾਰ ਨੱਕ ਨਾਲ ਚੱਲਦੇ ਨੇ ਸਵਾਸ, ਤੇ ਜਿੱਥੇ ਸਵਾਸ ਚੱਲਦੇ ਨੇ ਨੇਤਰਾਂ ਨਾਲ ਆਪਾਂ ਜਹਾਨ ਵੇਖਦੇ ਹਾਂ। ਸਵਾਸਾਂ ਤੋਂ ਲੈ ਕੇ ਜਹਾਨ ਤੱਕ, ਔਰ ਫਿਰ ਮਸਤਿਸ਼ਕ ਨਾਲ ਯਾਨੀ ਮੱਥੇ ਦੀ ਸੋਚ, ਸਾਡੀ ਬੁੱਧੀ ਜਿਹੜੀ ਹੈ ਉਹਦੇ ਬਾਰੇ ਜੋ ਸੋਚਦੀ ਹੈ ਉਹ ਤ੍ਰਿਕੁਟੀ ਦੀ ਵਿਚਾਰ ਬਣ ਜਾਂਦੀ ਹੈ। ਬੰਦੇ ਨੇ ਜੋ ਦੇਖਿਆ, ਜੋ ਮਹਿਸੂਸ ਕੀਤਾ, ਉਹਦੇ ਬਾਰੇ ਜੋ ਸੋਚ ਲਿਆ,
उस सोच नूं वेख के उहदे अंदर जो विचार पैदा हुई, ये त्रिकुटी दी विचार बनी। इनू रब दी विचार नहीं कह सकते, वो तो आत्मा तो आवेगी। इसलिए ये जो त्रिकुटी है ये खत्म होनी चाहिए है। मनुख जो नेत्रां नाल देख रहा, जरूरी नहीं वो चीज़ वैसी होवे, क्योंकि हो सकता है जो देख रहे हाँ वो कोई व्यक्ति नज़र आवे, पर व्यक्ति दे अंदर की पता वो रब होवे। जिवें भगत नामदेव जी प्रशादा छकण बैठे ने, बड़ी अनोखी जी गाथा है। हुण ये त्रिकुटी हटे तो ऐसी गल बनेगी, प्रशादा छकण बैठे ने, रात का प्रशादा है, रोटी लिया के बह गए, कि रात की रोटी घ्यो ला के नमक ला के बजुर्ग पुराने समय खा लेंदे सन, उत्तों लस्सी पी लई, आनंद दिन वधिया निकल जाता सी। और रोटी लियांदी ते नाल लस्सी लियांदी, घ्यो लाउणा सी वो लैण जिस वेले गए, पिछों कोई कुत्ता आया, उन्हें रोटी चुकी भज पिया, उहदे पिछे पिछे भजदे कहंदे ने हर जी सुक्की ना खाओ ढिड पीड़ करेगी। उन्हां नूं उहदे चों रब नज़र आ रहा। हुण कौन समझेगा? जिहदी त्रिकुटी हटी है वो कहेगा, नहीं तो जो कोई होर संसारी बंदा होवे तो डंडा लैके पिछे दौड़ेगा। वो घ्यो की कौली लैके पिछे जा रहे हैं, हर जी सुक्की ना खाओ। ये भावना कौन बना सकता है? जिहदी त्रिकुटी हट चुकी होवे, जिहदे संसारक सोच दे द्वार खुल चुके होण, ते जदों ये त्रिकुटी हट जाए ना, तो फिर कहंदे ने क्यों गुर बिन त्रिकुटी छूट सी, सहज मिले सुख होए, ते निज कर महल पछाणीए, नदर करे मल धोए। उदों वो निज कर दा महल पहचानिया जाता है, जो अज दी विचार विच कबीर साहब कह रहे हैं, जो अपने ग्रह जाए। उस अपने घर नूं फिर इंसान पहचानदा है। और जे उन्होंने ये पुछया भी जाए ना, तो किस तरीके नाल उत्थे जाया जाना है, तो बड़ा चर्चित शब्द है, मन मेरे सतगुर कै भाणे चल। महाराज ने जदों ये फरमाया, कहन लगे की होएगा इहदे नाल अगर गुरु के भाणे विच चलांगे। तो मन मेरे सतगुर कै भाणे चल, ते साहब कहते हैं भी ये लाभ ये होएगा, निज कर वसै अमृत पीवै तां सुख लहै महल। उस रब दे घर पहुँच के अमृत पिएगा, सुख प्राप्त करेगा, क्योंकि निज घर मिल गया। तो जो निज घर मिल जाए उतों की तो अवस्था ही है, निज घर महल पावो सुख सहजे। सुख भी मिलता है, सहज भी मिलता है। कोई जावे तो सही उथे, पर जान का तरीका इको ही है, होर किसी विधि विच नहीं जाया जा सकता। जान की विधि निज घर तक किसी ने जाना है, तो गुरु के भाणे विच मन मेरे सतगुरु कै भाणे चल। गुरु दे भाणे अनुसार चलण वाला व्यक्ति उस अकाल पुरख वाहिगुरु दी रहमत दे द्वारा फिर परमात्मा तक पहुँचता है। तो इसे पक्ष विच भगत नामदेव जी ने एक पूरा बचन उस परमात्मा के घर तक पहुँचने की विधि विच ही लिखिया है। वैसे तो वार्ता एक जोगी आके उन्होंने कहंदा है, कहंदे जी तुसी रब दा बड़ा सिमरन करदे हो, कदी वेख्या भी है तो कटाक्ष सी, पर गुरु सारिओ कटाक्ष दे पिछे भी सवाल हुंदे ने, कारण हुंदे ने। असल विच वो जानना चाहुंदा सी जिवें नामदेव जी नूं मिलिया मैनू भी मिल जाए। इसलिए उस सन्यासी ने, उस जोगी ने क्या कहन लगे, बड़ा परमात्मा नूं गाउंदे हो, कदे वेख्या भी है, कदे उहदे घर गए भी हो। मुस्कुरा के नामदेव जी कहन लगे, जब देखा तब गावां। कहंदे तुसीं कहंदे हो भी गावांगा ते मिलेगा, मैनू मिल जाता है तो मैं गांदा हाँ। एक बारी प्यार नाल आखो सतनाम। इन्नी नेड़ता हो गई रब नाल, वो तो हैरान हो गया। धार्मिक बंदा जिस उम्मीद विच जाए कि इसका कोई जवाब आएगा, कोई हल मिल जाएगा, लेकिन उन्होंने तो गल पलटा दी ना। वो कह रहा है कि नाम जपदे हो, कदे दर्शन भी किए ने, तो नामदेव जी कहते ने दर्शन करदा हाँ तां गाउंदा हाँ। नाम जप हुण इन्नी अवस्था नेड़े हो गई है कि नाम जपना शुरू ही उदों करदा जब दर्शन हो जाते हैं। जब देखा तब गावां तो जन धीरज पावां। कहते मैनू हौसला ही तां मिलता है, मैनू धीरज ही तां मिलता है जब रब के दर्शन हो जाते हैं। हुण अक्का बक्का कुछ देर ते वो भी शांत हो गया भी हुण गल अगे शुरू किवें करा, क्योंकि वाकई गल नामदेव जी ने गल ही उत्थों तक पहुँचा दी।
ਕਹਿੰਦੇ ਵੀ ਕੋਈ ਅੰਦਰ ਦੀਆਂ ਖੁਆਇਸ਼ਾਂ, ਕਹਿੰਦੇ ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੈ ਦੇਵਾ। ਕਹਿੰਦੇ ਹੁਣ ਨਾਦ ਆ, ਬਾਹਰ ਦੀਆਂ ਆਵਾਜ਼ਾਂ, ਇਹਨਾਂ ਨਾਲ ਕੰਮ ਹੀ ਖਤਮ ਹੋ ਗਿਆ। ਹੁਣ ਅਨਹਦ ਨਾਦ ਸੁਣਾਈ ਦਿੰਦਾ, ਉਹਦੀ ਆਵਾਜ਼ ਸੁਣਾਈ ਦਿੰਦੀ ਵੀ ਰੱਬ ਬੈਠਾ ਇੱਥੇ, ਤੂੰ ਨਹੀਂ ਬੈਠਾ। ਹੁਣ ਤੇ ਪ੍ਰਮਾਤਮਾ ਨੂੰ ਮੈਂ ਵੇਖਦਾ ਹਰ ਵੇਲੇ। ਕਹਿੰਦੇ ਕੋਈ ਝਲਕ ਦੱਸ ਦਿਓ। ਹਰ ਬੰਦਾ ਕਹੇਗਾ, ਤੁਸੀਂ ਵੀ ਕਹੋ ਕਿਸੇ ਨੂੰ ਮੈਂ ਰੱਬ ਵੇਖਿਆ, ਵੀ ਥੋੜਾ ਜਿਹਾ ਦੱਸ ਕਿਹੋ ਜਿਹਾ। ਤੇ ਉਹਨਾਂ ਨੂੰ ਬਚਨ ਲਿਖਣਾ ਪਿਆ। ਕਹਿੰਦੇ ਜਹ ਝਿਲਮਿਲ ਕਾਰ ਦਿਸੰਤਾ। ਕਹਿੰਦੇ ਹੈ ਤੇ ਹੈ, ਰਾਜ਼ ਕਿਵੇਂ ਖੋਲਿਆ ਜਾਏ। ਇਹ ਤੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕੋਈ ਸਪਸ਼ਟ ਥੋੜੀ ਬਿਆਨ ਕਰ ਸਕਦਾ ਵੀ ਪ੍ਰਮਾਤਮਾ ਇਹੋ ਜਿਹਾ ਹੈ। ਵੀ ਇਹ ਥੋੜੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਰੱਬ ਦੀ ਜਾਂਚ ਪੜਤਾਲ ਪੂਰੀ ਹੋ ਜਾਏਗੀ ਤੇ ਪੂਰਾ ਦੱਸ ਦਿਆਂਗੇ। ਜਿਵੇਂ ਕੋਈ ਪੁਲਿਸ ਵਾਲੇ ਕਈ ਵਾਰੀ ਸਕੈਚ ਬਣਵਾਉਂਦੇ ਨੇ ਵੀ ਉਹਦਾ ਹੁਲੀਆ ਦੱਸ, ਤੇ ਜਿਹੜਾ ਸਕੈਚ ਮੇਕਰ ਹੈ ਉਹ ਬੜੇ ਢੰਗ ਨਾਲ ਉਹਦਾ ਸਕੈਚ ਤਿਆਰ ਕਰ ਦਿੰਦਾ। ਲੇਕਿਨ ਰੱਬ ਦਾ ਕੋਈ ਸਕੈਚ ਥੋੜੀ ਤਿਆਰ ਕਰਵਾਉਣਾ ਸੀ, ਉਹ ਤੇ ਪ੍ਰਾਪਤੀ ਹੈ। ਤੇ ਨਾਮਦੇਵ ਜੀ ਕਹਿੰਦੇ ਨੇ ਜੈ ਝਿਲਮਿਲ ਕਾਰ ਦਿਸੰਤਾ। ਕਹਿੰਦੇ ਵੀ ਹੈ ਤੇ ਹੈ ਰੱਬ, ਲੇਕਿਨ ਝਿਲਮਿਲ ਜਿਹਾ ਹੈ, ਕੁਝ ਧੁੰਦਲਾ ਜਿਹਾ ਹੋ ਜਾਂਦਾ, ਮੈਨੂੰ ਸਪਸ਼ਟ ਨਹੀਂ ਪਤਾ। ਹੁਣ ਵੇਖੋ ਕਹਿ ਵੀ ਦਿੱਤਾ, ਸੁਣਨ ਵਾਲੇ ਨੂੰ ਯਕੀਨ ਵੀ ਹੋ ਰਿਹਾ, ਪਰ ਸਪਸ਼ਟੀਕਰਨ ਇਸ ਲਈ ਨਹੀਂ ਆ ਰਿਹਾ ਕਿਉਂਕਿ ਨਿੱਜੀ ਐਕਸਪੀਰੀਅੰਸ ਹੈ। ਤੁਸੀਂ ਦੇਖ ਲਿਆ, ਜ਼ਰੂਰੀ ਨਹੀਂ ਤੁਹਾਡੇ ਪਰਿਵਾਰ 'ਚ ਰਹਿਣ ਵਾਲਾ ਕੋਈ ਹੋਰੋਂ ਵੀ ਦੇਖ ਲਏ। ਉਹਦੀ ਕਿਸਮਤ 'ਚ ਹੈ ਤੇ ਦਿਖੇਗਾ, ਨਹੀਂ ਹੈ ਤੇ ਨਹੀਂ ਦਿਖੇਗਾ, ਕਿਉਂਕਿ ਉਹਦੀ ਭਗਤੀ ਭਾਵਨਾ ਵੀ ਉਤਨੀ ਹੋਣੀ ਚਾਹੀਦੀ ਹੈ ਜਿਹੜਾ ਦੇਖਣਾ ਚਾਹੁੰਦਾ ਹੈ। ਕਹਿੰਦੇ ਫਿਰ ਕੋਈ ਹੋਰ ਨਿਸ਼ਾਨੀ, ਕਹਿੰਦੇ ਤਹ ਅਨਹਦ ਸ਼ਬਦ ਵਜੰਤਾ। ਕਹਿੰਦੇ ਉੱਥੇ ਅਨਾਹਦ ਸ਼ਬਦ ਵੱਜਦਾ ਹੈ, ਝਿਲਮਿਲ ਉਹਦਾ ਝਲਕਾਰਾ ਹੈ। ਭਗਤ ਜਨਾਂ ਨੇ ਰੱਬ ਦੇ ਨਾਲ ਵਾਕਈ ਬੜੀ ਨੇੜਤਾ ਜ਼ਾਹਿਰ ਕੀਤੀ ਹੈ। ਤੇ ਉਹ ਕਹਿਣ ਲੱਗੇ ਫਿਰ ਵੀ ਕਿਸ ਰੂਪ ਵਿੱਚ। ਕਹਿੰਦੇ ਜੋਤੀ ਜੋਤ ਸਮਾਨੀ, ਮੇਰੀ ਜੋਤ ਪ੍ਰਮਾਤਮਾ ਦੀ ਜੋਤ 'ਚ ਲੀਨ ਹੋ ਗਈ ਹੈ। ਫਿਰ ਹਾਰ ਕੇ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਾ। ਕਹਿੰਦਾ ਮੈਂ ਗੁਰਪ੍ਰਸਾਦੀ ਜਾਨੀ, ਗੁਰੂ ਦੀ ਕਿਰਪਾ ਨਾਲ ਮੈਂ ਇਸ ਅਵਸਥਾ ਨੂੰ ਜਾਣਿਆ, ਮੈਂ ਇਸ ਅਵਸਥਾ ਨੂੰ ਗੁਰੂ ਦੀ ਰਹਿਮਤ ਨਾਲ ਸਮਝ ਸਕਿਆ ਹਾਂ। ਕਹਿਣ ਲੱਗੇ ਨਾਮਦੇਵ ਜੀ ਹੁਣ ਉਹਨੇ ਚਰਨ ਫੜ ਲਏ। ਕਹਿੰਦੇ ਕੁਛ ਤੇ ਦੱਸੋ, ਹੁਣ ਤੁਸੀਂ ਬੜਾ ਨੇੜੇ ਪਹੁੰਚ ਗਏ ਹੋ, ਥੋੜਾ ਬਹੁਤ ਤੇ ਤੁਹਾਨੂੰ ਦੱਸਣਾ ਪਏਗਾ। ਤੇ ਨਾਮਦੇਵ ਜੀ ਦੇ ਜੇ ਚਰਨ ਫੜ ਲਏ ਉਸ ਬੰਦੇ ਨੇ, ਤੇ ਫਿਰ ਉਸ ਤੋਂ ਬਾਅਦ ਭਗਤ ਨਾਮਦੇਵ ਜੀ ਕਹਿਣ ਲੱਗੇ ਵੀ ਉਹ ਪ੍ਰਮਾਤਮਾ ਜਿੱਥੇ ਵਸਦਾ ਹੈ ਉਹ ਤੇ ਰਤਨ ਕਮਲ ਕੋਠੜੀ। ਹੁਣ ਇਹ ਜੋ ਵਿਚਾਰ ਹੈ ਇਹ ਸਾਨੂੰ ਅੰਦਰੋਂ ਹੀ ਮਹਿਸੂਸ ਹੋ ਸਕੇਗੀ। ਮੈਂ ਸ਼ੁਰੂਆਤ ਵਿੱਚ ਅਰਜ਼ ਕੀਤੀ ਸੀ ਅੰਤਰਮੁਖੀ ਦਾ ਵਿਸ਼ਾ ਹੈ ਅੱਜ ਦਾ, ਕਿਉਂਕਿ ਮੈਂ ਉਸ ਪ੍ਰਕਰਣ ਵਿੱਚ ਨਹੀਂ ਗਿਆ ਸੰਤ ਮੂਏ ਕਿਆ ਰੋਈਐ, ਵੀ ਸੰਤ ਮਰੇ, ਮਰੇ ਤੇ ਬਹੁਤ ਸੰਤ ਨੇ। ਮੈਂ ਉਸ ਵਿਸ਼ੇ ਨੂੰ ਛੇੜਿਆ ਜੋ ਆਪਣੇ ਗ੍ਰਹਿ ਜਾਏ। ਆਪਣਾ ਗ੍ਰਹਿ ਯਾਨੀ ਆਤਮਾ ਦਾ ਨਿਜ ਘਰ, ਤੇ ਆਤਮਾ ਦਾ ਜੋ ਨਿਜ ਘਰ ਹੈ ਉਹ ਰਤਨ ਕਮਲ ਕੋਠੜੀ, ਕੀਮਤੀ ਰਤਨਾਂ ਨਾਲ ਬਣੀ ਹੋਈ ਅੰਦਰ ਦੀ ਇੱਕ ਕੋਠੜੀ ਹੈ। ਮਹਿਸੂਸ ਹੁੰਦਾ ਹੈ। ਇੱਕ ਵਿਦਵਾਨ ਦੀ ਲਿਖਤ ਪੜ੍ਹੀ ਹੈ, ਜਦੋਂ ਅਸੀਂ ਇਕਾਗਰ ਹੋਵਾਂਗੇ ਨਾ, ਤੁਸੀਂ ਹੁਣ ਚੌਂਕੜਾ ਮਾਰ ਕੇ ਬੈਠੇ ਹੋ, ਆਪਾਂ ਨੂੰ ਮਹਿਸੂਸ ਹੋ ਰਿਹਾ ਵੀ ਭਾਈ ਸਾਹਿਬ ਕਥਾ ਕਰ ਰਹੇ ਨੇ, ਗੁਰੂ ਮਹਾਰਾਜ ਦਾ ਦਰਬਾਰ ਸਜਿਆ ਹੈ, ਸੰਗਤ ਬੈਠੀ ਹੋਈ ਹੈ। ਪਰ ਜਦ ਵਿਧੀ ਜੁੜ ਜਾਏਗੀ ਨਾ, ਇਕਾਗਰਤਾ ਵਿੱਚ ਆਵੇਗਾ ਮਨ, ਫਿਰ ਸਾਨੂੰ ਸਵਾਸਾਂ ਦੇ ਆਣ ਜਾਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਹਨੂੰ ਅਨਹਦ ਨਾ ਸਮਝਿਓ, ਅਨਹਦ ਇਸ ਤੋਂ ਅੱਗੇ ਆਵੇਗਾ। ਸਵਾਸਾਂ ਦਾ ਆਉਣਾ ਜਾਣਾ ਵੈਸੇ ਮਹਿਸੂਸ ਨਹੀਂ ਹੁੰਦਾ। ਜਰਨਲੀ ਬੰਦਾ ਕੋਈ ਕੰਮ ਕਰ ਰਿਹਾ ਸੀ, ਸੋਚੀਏ 1 ਘੰਟਾ ਪਹਿਲਾਂ ਸਵਾਸ ਕਿਵੇਂ ਚੱਲ ਰਹੇ ਸੀ, ਕਿਸੇ ਨੂੰ ਨਹੀਂ ਪਤਾ, ਬਸ ਚੱਲ ਰਹੇ ਸੀ ਕਿਉਂਕਿ ਹੁਣ ਜ਼ਿੰਦਾ ਹਾਂ ਤੇ ਸਵਾਸ ਚੱਲ ਹੀ ਰਹੇ ਹੋਣਗੇ। ਪਰ ਜਦੋਂ ਕੋਈ ਇਕਾਗਰ ਹੁੰਦਾ ਹੈ ਤੇ ਸਵਾਸਾਂ ਦਾ ਆਣਾ ਜਾਣਾ ਪਹਿਲੋਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਉਹ ਮਹਿਸੂਸ ਹੁੰਦਿਆਂ ਹੁੰਦਿਆਂ ਅੰਦਰ ਹਵਾ ਕਿੱਥੋਂ ਤੱਕ ਜਾ ਰਹੀ ਹੈ, ਕਿੱਥੋਂ ਵਾਪਸ ਆ ਰਹੀ ਹੈ, ਇਹ ਵੀ ਪ੍ਰਤੀਤ ਹੁੰਦਾ ਹੈ। ਪਰ ਇਸ ਤੋਂ ਜਦ ਅੱਗੇ ਕੋਈ ਜਾਂਦਾ ਹੈ, ਕਿਉਂਕਿ ਅੱਗੇ ਅੱਗੇ ਕੋਠੜੀ, ਜਿੱਥੋਂ ਤੱਕ ਤੁਸੀਂ ਵੀ ਕਿਸੇ ਨੂੰ ਘਰ ਲੈ ਆਏ ਤੇ ਪਹਿਲਾਂ ਤੇ ਡਰਾਇੰਗ ਰੂਮ 'ਚ ਹੀ ਬਿਠਾਓਗੇ ਨਾ। ਅਗਰ ਉਸ ਤੋਂ ਬਾਅਦ ਕੋਈ ਹੋਰ ਖਾਸ ਬੰਦਾ ਹੈ ਤੇ ਉਹ ਤੁਹਾਡੇ ਬੈਡਰੂਮ ਤੱਕ ਜਾ ਸਕਦਾ ਹੈ, ਉੱਥੇ ਬਹਿ ਕੇ ਗੱਲ ਵੀ ਚੱਲ ਠੀਕ ਹੈ, ਇੱਥੇ ਬਹਿਣਾ, ਆਪਾਂ ਇੱਥੇ ਬਹਿ ਕੇ ਗੱਲ ਕਰਦੇ ਹਾਂ। ਲੇਕਿਨ ਜਿੱਥੇ ਤਿਜੋਰੀ ਹੈ ਉੱਥੇ ਤੇ ਫਿਰ ਕਿਸੇ ਨੂੰ ਨਹੀਂ, ਤਾਂ ਉਹਨੂੰ ਵੀ ਨਹੀਂ ਦੱਸੀਦਾ, ਭਾਵੇਂ ਉਹ ਇਤਨਾ ਨਜ਼ਦੀਕ ਆ ਗਿਆ ਪਰ ਉੱਥੋਂ ਤੱਕ ਵੀ ਦੱਸਣਾ ਔਖਾ। ਇਸ ਲਈ ਜਦੋਂ ਸਵਾਸਾਂ ਤੱਕ ਪਹੁੰਚੇ ਤੇ ਸਵਾਸਾਂ ਦੀ ਆਵਾਜ਼ ਪ੍ਰਤੀਤ ਹੋ ਰਹੀ ਹੈ ਵੀ ਸਵਾਸ ਆ ਰਹੇ ਨੇ ਤੇ ਜਾ ਰਹੇ ਨੇ,
पर इस तो अगे जब इंसान जाता फिर धड़कन भी सुनाई देन लग पैंदी है बिना किसी यंत्र दे। जिवें डॉक्टरां ने वो चीज़ां रखियां ने, वो तो सुन लैंदे ने धड़कन उस मशीन राही, पर बिना किसी मशीन दे, बिना किसी मशीन की हैल्प दे जब धड़कन भी सुनाई दे जाए तो समझो असी रब दे फिर बहुत नेड़े आ गए हैं, उस कोठड़ी तक पहुँच गए हाँ जिस विच हुण रब बैठा ही है। क्योंकि बाणी ने तो स्पष्ट किया ना, वसी रब हियाली है, हिरदे विच रब वसदा है। बंदे खोज दिल हर रोज़ ना फिर परेशानी, मैं दिल ही तो खोजना है। पर उत्थों तक पहुँचद्या उस अमोलक कोठड़ी तक पहुँचद्या बड़ी एकाग्रता बनानी पैंदी है, संसार के झमेलियां तो दूर होना पैंदा है। वो नामदेव जी ने बयान भी किया, कहते रतन कमल कोठड़ी चमकार बीजल तही, कहते उत्थे बिजलियां जिवें चमकदियां ने ना उहो जिहा प्रभाव महसूस हुंदा है। हुण बिजलियां चमकदियां ने ये तो अनोखी जी गल है, महसूस ही किया जा सकता है। शाब्दिक अर्थ मैं कर सकना, पर महसूस तुसी आप ही कर सकोगे कि फिर जब अंदर जावांगे, अंतर्मुखी यात्रा शुरू होएगी, फिर की प्रतीत होएगा, नेरा ना ही दूर। ਇਹਦਾ विश्राम बड़ा जरूरी जे विश्राम नेड़े ना ही ते लग गया तो फिर कहते भी नेड़े नहीं है, रब बड़ा दूर है। तो ये उल्टे अर्थ कई करते भी ने, ਜਿਹੜੇ परमात्मा ਦੇ ਨਾਲ ਕਿਸੇ ਨੂੰ ਨਾ जोड़ के अपने ਨਾਲ जोड़ना चाहण, ਉਹ ਕਹਿਣਗੇ ना भाई रब बड़ा दूर है, मैं ही पहुँचा सकदा ਤੈਨੂੰ ਉੱਥੇ। वो इंज ही कहेगा नेड़ा ना ही दूर, लेकिन नहीं, ये अर्थ नहीं। पाठ भी इंज ही करना, नेड़ा ना ही दूर। हे दुनिया के लोगों, रब बड़ा नेड़े है, बहुत नज़दीक है, दूर नहीं है। भगत रविदास जी ने जिवें कहा ना, कहो रविदास हाथ पै नेड़ा, हथां पैरां तो भी नेड़े है, वो तो बड़ा नज़दीक है। भांबीरी के पात परदो बिन पेखे दूर आयो, इन्ना नेड़े है जिवें भांबीरी कहंदे ने तितली, तितली दा खंभ जितना बारीक है उन्नी दूरी है साडी और परमात्मा दी। ते भगत नामदेव जी भी उस जगियासू नूं कहण लगे, भाई नेड़ा ना ही दूर। कहंदे है किथे है? फिर कहंदे तू अंतर हो, अंतरमुखी बन, निज आत्मा रहया भरपूर। तेरी अंतर आत्मा विच वो भरपूर है। तो फिर कहण लगे जे उत्थे भरपूर है, जह अनहत सूर उजारा। हुण नामदेव जी मुक दी गल उहदे सामने कहण लगे, भाई उत्थे ना इतना क चानण है, इतना क चानना है कि मानो अणगिणत सूरजां दी रोशनी उत्थे पहुँच रही होवे। एक सूरज की रोशनी ने दुनिया नूं परेशान किया होया जे 40-45 पहुँच जाता जब टैंपरेचर तो मुश्किल होंदा बर्दाश्त करना। तो रब जिथे है, जिथे उहदा निवास है ना, उत्थे ते अनाहत सूरजां दा उजियाला पहुँचया होया है। तैं अनहद सूर उजारा, तैं दीपक जलै छंछारा। छंछारा दीपक हुंदा है एक ऐसा दीवा जो हवा दे चलदियां भी जल रहा होवे, जो तेल मुक्कियां भी जल रहा होवे, जिहदा ये प्रतीत हो रहा भी हुण बुझिया तो हुण बुझिया। तो वेखो किहो जी गल कीती है, बड़े इसे लई गुरमत का विषा बड़ा मुश्किल जिहा रहिंदा है। ये आत्मा के विषय छेड़ने बड़े औखे हुंदे ने, इसलिए मैं इस एक पंक्ति की विचार आप नाल साझी कर सकिया, क्योंकि इनू शुरू कर लिया जाता, मुकाना बड़ा औखा हुंदा है। हुण दीपक जलै छंछारा, एक पासे कह रहे ने हज़ारां सूरजां दा प्रकाश इको जगह, तो दूसरे पासे एक छोटा जिहा दीवा भी बल रहा है। बस फर्क इतना गुरु सवारे हो, वो जो हज़ारां सूरजां दा प्रकाश है वो परमात्मा की जोत है, जो छोटा जिहा दीवा जल रहा है वो तुहाडी आत्मा की जोत है। दोनों इकट्ठे अगर महसूस हो जाण तो तुसीं निज घर पहुँच गए हो। आत्मक गल महसूस करनी होंदी। भगत नामदेव जी कहण लगे, जह अनहत सूर उजियारा, तै दीपक जलै छंचारा, गुर प्रसादी जानिया, जन नामा सहज समानिया। कहण लगे मैं गुरु की कृपा नाल जान सकिया, फिर वो सहज अवस्था प्राप्त हुई है। इसलिए जदों असी अंतर्मुखी होवांगे, हालांकि आप जी नाल होर इस प्रति विचार सांझी करनी सी, पर समय की बाध्यता है, समय की संपूर्णता है, इसलिए इसनूं कल कंटिन्यू करांगे। मैं केवल मुक्ति गल ये रखा आप जी नाल कि गुरु सवारियो, जद असी ये महसूस करांगे ना कि निज आत्मा रहया भरपूर, या जो अपने ग्रह जाए, जो निज घर है ना अंदर दा, अंदर दे इस निज घर विच जद पहुंचांगे भोजन की भुख भी नहीं रहेगी,
ਨਾ ਪਿਆਸ ਸੰਸਾਰ ਦੀ ਰਹੇਗੀ। ਹੁਣ ਗਰਮੀਆਂ ਵਿੱਚ ਕੋਈ ਪਿਆਸ ਤੋਂ ਵੀ ਦੂਰ ਹੋ ਜਾਏ, ਭੁੱਖ ਤੋਂ ਦੂਰ ਹੋ ਜਾਏ, ਤੇ ਇਹਦਾ ਮਤਲਬ ਆਤਮਿਕ ਤੌਰ ਤੇ ਬਹੁਤ ਉੱਚਾ ਇਨਸਾਨ ਹੋ ਗਿਆ ਹੈ। ਤੇ ਉਸ ਅਵਸਥਾ ਵਿੱਚ ਬੰਦਾ ਮਹਿਸੂਸ ਕਰ ਸਕਦਾ ਹੈ ਕਿ ਇਸ ਦੁਨੀਆ ਦੇ ਘਰ ਵਿੱਚ ਨਹੀਂ, ਰੱਬ ਦੇ ਘਰ ਵਿੱਚ ਨਿਜ ਘਰ ਜਿਹਨੇ ਲੱਭ ਲਿਆ ਹੋਵੇ, ਉਸ ਬੰਦੇ ਦੀ ਇਹ ਆਤਮਿਕ ਅਵਸਥਾ ਬਣਦੀ ਹੈ। ਤੇ ਉਹਦੇ ਵਿੱਚ ਹੁਣ ਕਿਵੇਂ ਪਹੁੰਚਣਾ, ਅੰਤਰਮੁਖੀ ਹੋਣ ਦੀ ਜੋ ਵਿਧੀ ਹੈ ਭਗਤ ਰਵਿਦਾਸ ਜੀ ਨੇ ਬਿਆਨ ਕੀਤੀ ਹੈ। ਇਹ ਬਚਨ ਕਹਿ ਕੇ ਮੈਂ ਇਸ ਵਿਚਾਰ ਨੂੰ ਇੱਥੇ ਸੰਕੋਚਦਾ ਹਾਂ। ਉਹ ਕਹਿੰਦੇ ਨੇ, ਚਿਤ ਸਿਮਰਨ ਕਰੋ ਨੈਣ ਅਵਲੋਕਨੋ। ਚਿਤ ਸਿਮਰਨ ਕਰੋ ਨੈਣ ਅਵਲੋਕਨੋ। ਜਿਹਦਾ ਸਿਮਰਨ ਹੋ ਰਿਹਾ ਉਹਨੂੰ ਯਾਦ ਵੀ ਕਰਨਾ ਹੈ। ਮੈਂ ਅਕਸਰ ਇਹ ਉਦਾਹਰਣ ਦਿੰਦਾ ਵੀ ਜਿਵੇਂ ਜ਼ੁਬਾਨ ਤੋਂ ਕੋਈ ਨਾਮ ਲਿਆ, ਦਿਮਾਗ ਵਿੱਚ ਉਹਦੀ ਤਸਵੀਰ ਆਉਂਦੀ ਹੈ। ਜਿਵੇਂ ਤੁਹਾਡੇ ਬੱਚੇ ਮੰਨ ਲਓ ਵਿਦੇਸ਼ ਪੜ੍ਹਨ ਗਏ ਨੇ, ਤੇ ਕਿਸੇ ਗੁਆਂਢੀ ਨੇ ਪੁੱਛ ਲਿਆ ਵੀ ਬੇਟੇ ਦਾ ਕੀ ਹਾਲ ਹੈ, ਕੋਈ ਫੋਨ ਆਇਆ, ਤੇ ਤੁਹਾਨੂੰ ਉਹਦਾ ਚਿਹਰਾ ਯਾਦ ਆ ਜਾਂਦਾ, ਉਹਦੀ ਸ਼ਕਲ ਯਾਦ ਆਉਂਦੀ ਹੈ ਨਾ। ਬੱਚੇ ਦਾ ਨਾਮ ਕਿਸੇ ਨੇ ਲਿਆ ਲੇਕਿਨ ਚਿਹਰਾ ਤੁਹਾਨੂੰ ਯਾਦ ਆ ਗਿਆ, ਤੇ ਇਹਨੂੰ ਕੀ ਕਹਾਂਗੇ, ਚਿੱਤ ਸਿਮਰਨ ਕਰੋ। ਚਿੱਤ ਵਿੱਚ ਤੁਸੀਂ ਬੱਚੇ ਨੂੰ ਯਾਦ ਕੀਤਾ, ਉਹਦੇ ਚਿਹਰੇ ਦੀ ਝਲਕ ਮਿਲ ਗਈ। ਇੰਜ ਹੀ ਅਗਰ ਮੈਂ ਕਹਾਂ ਤਾਜ ਮਹਿਲ, ਤੇ ਸੁਰਤ ਆਗਰੇ ਚਲੀ ਜਾਏਗੀ, ਚਿੱਟੇ ਉਹ ਪੱਥਰ ਦੀ ਇਮਾਰਤ ਵੇਖ ਲੈਂਦੀ ਆਪਣੇ ਆਪ। ਨਾਮ ਤਾਜ ਮਹਿਲ ਦਾ ਲਿਆ, ਯਾਦ ਉਹਦੀ ਆਈ, ਤੇ ਉਹ ਚਿੱਤਰ ਦਿਖ ਗਿਆ। ਹੁਣ ਇਸੇ ਤਰ੍ਹਾਂ ਅਗਰ ਮੈਂ ਕਹਾਂ ਹਰਮੰਦਰ ਸਾਹਿਬ, ਤੇ ਫਿਰ ਉਹ ਪਾਵਨ ਸਥਾਨ ਆਪਣੇ ਆਪ ਦਿਮਾਗ ਵਿੱਚ ਦਿਖ ਜਾਂਦਾ ਹੈ। ਤੇ ਜੇ ਇਸੇ ਤਰ੍ਹਾਂ ਆਪਾਂ ਕਹੀਏ ਸਤਨਾਮ ਸ੍ਰੀ ਵਾਹਿਗੁਰੂ, ਤੇ ਕੀ ਦਿਖਣਾ ਚਾਹੀਦਾ, ਇੱਕ ਅਕਾਲ ਪੁਰਖ, ਇੱਕ ਓੰਕਾਰ, ਉਹ ਪ੍ਰਮਾਤਮਾ, ਉਹਦੀ ਕੁਝ ਤੇ ਝਲਕ ਆਣੀ ਚਾਹੀਦੀ ਹੈ। ਮੰਨ ਲਓ ਜਿਸ ਦਿਨ ਉਹ ਝਲਕ ਤੁਹਾਨੂੰ ਆਣੀ ਸ਼ੁਰੂ ਹੋ ਗਈ, ਬੇਟੇ ਦਾ ਨਾਮ ਲੈਂਦੇ ਹੋ, ਬੱਚਿਆਂ ਦਾ ਨਾਮ ਲੈਂਦੇ ਹੋ, ਉਹਨਾਂ ਦਾ ਚਿਹਰਾ ਆਉਂਦਾ ਹੈ। ਤਾਜ ਮਹਿਲ ਦਾ ਨਾਮ ਲੈਂਦੇ ਹੋ, ਉਹਦੀ ਤਸਵੀਰ ਆਉਂਦੀ ਹੈ। ਹਰਮੰਦਰ ਸਾਹਿਬ ਦਾ ਨਾਮ ਲੈਂਦੇ ਹੋ, ਉਹਦੀ ਤਸਵੀਰ ਆਉਂਦੀ ਹੈ। ਬਸ ਜਦੋਂ ਵਾਹਿਗੁਰੂ ਦਾ ਨਾਮ ਲਈਏ ਤੇ ਉਹਦੀ ਤਸਵੀਰ ਆਣੀ ਚਾਹੀਦੀ ਹੈ। ਅਗਰ ਉਹ ਆਣੀ ਸ਼ੁਰੂ ਹੋ ਜਾਏ ਤੇ ਸਮਝੋ ਸਾਡੀ ਅੰਦਰ ਦੀ ਯਾਤਰਾ ਪ੍ਰਾਰੰਭ ਹੋ ਗਈ ਹੈ। ਸੋ ਆਓ ਸਾਰੇ ਰਲ ਕੇ ਉਸ ਅਕਾਲ